बिल्डर्स प्राइवेट लिमिटेड की ओर से बठिंडा में की गई प्रेस कॉन्फ्रेंस और पिछली सरकार कांग्रेसी पार्टी के ऊपर लगाए गंभीर आरोप ठेकेदार के पैसे हड़पने को लेकर। प्रेस कॉन्फ्रेंस में बिल्डर्स प्राइवेट लिमिटेड एसोसिएशन के प्रधान का कहना है कि बठिंडा के महाराजा रणजीत सिंह यूनिवर्सिटी में पिछली कांग्रेस पार्टी की सरकार के वक्त ने यूनिवर्सिटी की बिल्डिंग बनाने के लिए 140 करोड़ रुपए का ठेका दिया गया था, जिसके चलते उन्होंने पूरा काम कर दिया और पंजाब सरकार यूनिवर्सिटी की ओर से उन्हें सिर्फ 123 करोड़ रुपए ही दिए गए, काम बदले में 25 करोड़ लगभग उनका अभी बताया है वह दर दर की ठोकरें खा रहे हैं। उनके मेहनत के पैसे पिछले 2 सालों से अभी तक नहीं दिए जा रहे। पूर्व वित्त मंत्री मनप्रीत सिंह बादल पर भी ठेकेदार की ओर से आरोप लगाए गए कि इसके पीछे पूर्व वित्त मंत्री बादल का भी हाथ है। ठेकेदारों ने रिश्वत नहीं दी, जिसके बदले में उनकी पेमेंट रोक दी गई। अब पंजाब में नई सरकार बनी है आम आदमी पार्टी और पंजाब के मुख्यमंत्री पर हमें पूरा भरोसा है कि वह हमारी सुनवाई करेंगे और जो अफसर अधिकारी मंत्री ने हमारे साथ धोखाधड़ी की है, हमारे पैसे हड़प्पा हैं, उनके ऊपर कार्रवाई हो और हमें इंसान मिले, हमारे पैसे दिलवाए जाएं। हमें पूरी उम्मीद है कि पंजाब में जो आम आदमी पार्टी की सरकार बनी है यह गरीबों की पार्टी है, आम लोगों की पार्टी है, करप्शन फ्री पार्टी है और हमें जरूर इंसान मिलेगा। आम आदमी पार्टी के विधायक भी ईमानदार हैं, मंत्री भी ईमानदार है और पंजाब के मुख्यमंत्री भी ईमानदार है। बनने तो बाद ये पहली कॉन्फ्रेंस है यूनियन की कंट्रैक्टर बिल्डर कंट्रैक्टर ते हॉटमेंट पार्टी यूनियन सारे मैंबरों की पहली कॉन्फ्रेंस है। ਤਾਂ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਹੜੇ ਆਪਣੇ ਮਾਨਯੋਗ ਮੁੱਖ ਮੰਤਰੀ ਨੇ, ਮੁੱਖ ਮੰਤਰੀ ਬਣਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਤੇ ਇੱਕ ਉਹਨਾਂ ਦੇ ਮੁੱਖ ਮੰਤਰੀ ਬਣਨ ਨਾਲ ਇੱਕ ਸਾਰੇ ਵਪਾਰੀਆਂ 'ਚ, ਇੰਡਸਟਰੀਲਿਸਟਾਂ 'ਚ, ਠੇਕੇਦਾਰਾਂ 'ਚ ਇੱਕ ਆਸ ਦੀ ਚਰਨ ਜਾਗੀ ਹੈ ਬਹੁਤ ਵੱਡੀ ਵੀ ਇਹ ਸਾਡੇ ਮਾਨਯੋਗ ਜਿਹੜੇ ਮੁੱਖ ਮੰਤਰੀ ਜੀ, ਇਨਕਲਾਬੀ ਮੁੱਖ ਮੰਤਰੀ ਨੇ, ਇਹ ਜਿਹੜੇ ਸਾਡੇ ਨਾਲ ਪਹਿਲਾਂ ਧੱਕੇ ਹੋਏ ਹੈ, ਜਿਹੜੇ ਸਾਡੇ ਦਿਲਾਂ ਦੇ ਦਰਦ ਹੈ, ਸਾਡੀ ਲੁੱਟ ਖਸੁੱਟ ਹੋਈ ਹੈ, ਉਹਨੂੰ ਚੰਗੀ ਤਰ੍ਹਾਂ ਸਮਝਣਗੇ, ਉਹਦੀਆਂ ਇਨਕੁਆਰੀਆਂ ਲਾਉਣਗੇ। ਅਸੀਂ ਵੀ ਉਹਨਾਂ ਦੇ ਨਾਲ ਜਿੱਥੇ ਤੱਕ ਹੋ ਗਿਆ ਪੂਰੀ ਇਮਾਨਦਾਰੀ ਨਾਲ ਖੜਾਂਗੇ ਰੰਗਲਾ ਪੰਜਾਬ ਬਣਾਉਣ ਵਾਸਤੇ। ਅੱਜ ਅਸੀਂ ਅਮਰਜੀਤ ਸਿੰਘ ਕੰਟਰੈਕਟਰ ਬਿਲਡਰ ਦੇ ਨੇ, ਉਹਨਾਂ ਨਾਲ ਯੂਨੀਵਰਸਿਟੀ 'ਚ ਇੱਕ ਬਹੁਤ ਵੱਡਾ ਧੱਕਾ ਹੋਇਆ, ਉਹਦੇ ਵਾਸਤੇ ਅੱਜ ਇਕੱਠੇ ਹੋਏ ਹਾਂ। ਅਸੀਂ 2 ਵਾਰੀ ਤੁਹਾਨੂੰ ਦੱਸਾਂਗੇ, ਇੱਕ ਤਾਂ ਇਹਨਾਂ ਦਾ ਦੱਸਾਂਗੇ, ਇੱਕ ਫਿਰ ਤੁਹਾਨੂੰ ਦੂਜਾ ਅਸੀਂ ਹੌਟਮਿਕਸ ਪਾਉਣ ਯੂਨੀਅਨ ਦਾ ਦੱਸਾਂਗੇ। ਹੁਣ ਮੈਂ ਇਹਨਾਂ ਦੇ ਬੇਟੇ ਆ ਅਮਰਜੀਤ ਸਿੰਘ ਜੀ, ਇਹਨਾਂ ਨੂੰ ਕਹੂੰਗਾ ਵੀ ਪੂਰਾ ਵਿਸਥਾਰ ਜੇ ਦੱਸਣ ਵੀ ਕਿਵੇਂ ਅਫਸਰਾਂ ਨੇ ਧੱਕਾ ਕੀਤਾ, ਕਿਵੇਂ ਇਹਨਾਂ ਦੀ ਮਨਜ਼ੂਰੀਆਂ ਦੇ ਕੇ 25 ਕਰੋੜ ਦੀ ਪੇਮੈਂਟ ਰੋਕੀ ਹੋਈ ਹੈ, ਕਿਵੇਂ ਇਹਨਾਂ ਤੋਂ ਮੋਟੇ ਪੈਸੇ ਮੰਗੇ ਗਏ, ਉਹ ਦੱਸਣਗੇ ਤੁਹਾਨੂੰ। ਦੱਸੋ ਜੀ। ਇੱਕ ਮਿੰਟ ਜੀ। मेरा नाम अमन सर ASC ਬਿਲਡਰਸ ਬਠਿੰਡਾ। ਸਾਡੀ ਫਰਮ, ਮੈਂ ਪਹਿਲਾਂ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜੋ ਆਪਦੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਸਾਡੇ ਦੁੱਖ ਸੁਣਨ ਲਈ ਆਏ, ਅਤੇ ਹੋਪ ਕਰਦੇ ਹਾਂ ਕਿ ਇਹ ਗੱਲ ਸਰਦਾਰ ਭਗਵੰਤ ਮਾਨ ਜੀ ਤੱਕ ਪਹੁੰਚੇਗੀ ਅਤੇ ਸਾਨੂੰ ਇਨਸਾਫ ਮਿਲੇਗਾ। ਸਾਡੀ ਫਰਮ ASC ਬਿਲਡਰ ਨੂੰ 2016 ਦੇ ਵਿੱਚ 10ਵੇਂ ਮਹੀਨੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਨਵੀਆਂ ਬਣ ਰਹੀਆਂ ਬਿਲਡਿੰਗਾਂ ਦਾ ਕੰਮ ਲਾਟ ਕੀਤਾ। ਸਾਡੇ ਵੱਲੋਂ ਕੰਮ ਐਗਰੀਮੈਂਟ ਮੁਤਾਬਕ ਅਤੇ ਸ਼ਰਤਾਂ ਮੁਤਾਬਕ ਸ਼ੁਰੂ ਕਰ ਦਿੱਤਾ ਗਿਆ ਅਤੇ ਉਸ ਦੇ ਅਗੇਂਸਟ ਸਾਡੀ ਵੱਲੋਂ ਬੈਂਕ ਗਰੰਟੀ ਵੀ ਜਮ੍ਹਾਂ ਕਰਾ ਦਿੱਤੀ। ਸਾਰੀਆਂ ਡਰਾਇੰਗਾਂ ਸਟਰਕਚਰ ਹੋਵੇ ਚਾਹੇ ਆਰਕੀਟੈਕਚਰ ਹੋ, ਉਹ ਡਿਪਾਰਟਮੈਂਟ ਨੇ ਸਾਨੂੰ ਪ੍ਰੋਵਾਈਡ ਕਰਵਾਉਣੀਆਂ ਸੀ ਅਤੇ ਸਪਲਾਈ ਕਰਨੀ, ਜਿਸ ਮੁਤਾਬਕ ਸਾਡੇ ਵੱਲੋਂ ਕੰਮ ਕਰਨਾ ਜ਼ਰੂਰੀ ਸੀ ਅਤੇ ਅਸੀਂ ਉਸ ਡਰਾਇੰਗਾਂ ਮੁਤਾਬਕ ਕੰਮ ਕਰਨ ਦੇ ਪਾਬੰਦ ਸਾਂ। ਸਾਡੇ ਵੱਲੋਂ ਯੂਨੀਵਰਸਿਟੀ ਵੱਲੋਂ ਸਾਰੀ ਡਰਾਇੰਗਾਂ ਆਪਦੇ ਕੰਸਲਟੈਂਸੀ ਵਿੰਗ ਅਤੇ ਇੰਜੀਨੀਅਰਿੰਗ ਵਿੰਗ ਵੱਲੋਂ ਤਿਆਰ ਕਰਕੇ ਸਾਨੂੰ ਵੈਟ ਕਰਕੇ ਦਿੱਤੀਆਂ ਗਈਆਂ ਅਤੇ ਉਸ ਮੁਤਾਬਕ ਸਾਡੇ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ। ਮੌਕੇ ਉੱਤੇ ਸਾਡੇ ਵੱਲੋਂ ਕੁਆਲਿਟੀ ਕੰਟਰੋਲ ਲੈਬ ਅਤੇ ਹੋਰ ਵੀ ਜੋ ਵੀ ਸਾਡੀਆਂ ਕਲੌਜ਼ਾਂ ਸੀਗੀਆਂ ਟੈਂਡਰ, ਉਸ ਮੁਤਾਬਕ ਸਾਡੇ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਡੇਲੀ ਰੂਟੀਨ ਵਿੱਚ ਕੰਮ ਚੱਲ ਰਿਹਾ। ਯੂਨੀਵਰਸਿਟੀ ਵੱਲੋਂ ਇੰਜੀਨੀਅਰਿੰਗ ਵਿੰਗ ਦੇ ਨਾਲ ਨਾਲ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ, ਜਿਸ ਵਿੱਚ 4 ਯੂਨੀਵਰਸਿਟੀ ਦੇ ਮਾਹਿਰ HOD ਸਿਵਲ, HOD ਇਲੈਕਟ੍ਰੀਕਲ ਅਤੇ HOD ਆਰਕੀਟੈਕਚਰ ਅਤੇ ਇੱਕ ਨਿਗਰਾਨ ਇੰਜੀਨੀਅਰ ਦੀ ਵੀ ਡਿਊਟੀ ਲਗਾਈ ਗਈ, ਜੋ ਕਿ ਇਸ ਕੰਮ ਦੀ ਸੁਪਰਵਿਜ਼ਨ ਅਤੇ ਇੰਸਪੈਕਸ਼ਨ ਮੌਕੇ ਸਿਰ ਕਰਦੀ ਹੁੰਦੀ ਸੀ। ਉਸ ਕਮੇਟੀ ਦਾ ਅਤੇ ਇੰਜੀਨੀਅਰਿੰਗ ਕਮੇਟੀ ਦਾ ਦੋਹਾਂ ਦਾ ਮਿਲ ਕੇ ਸਾਡੇ ਸਾਰੇ ਕੰਮ ਦੀ ਜਾਂਚ ਕੀਤੀ ਜਾਂਦੀ ਸੀ ਅਤੇ ਸਾਡੇ ਵੱਲੋਂ ਬਣਾਏ ਕੀਤੇ ਗਏ ਕੰਮ ਦੀ ਪੇਮੈਂਟ ਵੀ ਰਿਲੀਜ਼ ਉਹਨਾਂ ਦੀ ਇੰਸਪੈਕਸ਼ਨ ਕਰਨ ਤੋਂ ਬਾਅਦ ਹੀ ਕੀਤੀ ਜਾਂਦੀ ਸੀ। ਇਸ ਵਿੱਚ ਕੋਈ ਦੁਹਰਾਈ ਨਹੀਂ ਹੈ ਕਿ ਸਾਡੇ ਵੱਲੋਂ ਮੌਕੇ 'ਤੇ ਕੰਮ ਠੀਕ ਪਾਇਆ ਗਿਆ ਅਤੇ ਫਿਰ ਹੀ ਸਾਨੂੰ ਪੇਮੈਂਟ ਕੀਤੀ ਜਾਂਦੀ ਸੀ। ਇਸ ਦੌਰਾਨ ਕੀ ਹੋਇਆ, ਸਾਨੂੰ ਜੋ ਕੰਮ ਸੀ 98 ਕਰੋੜ 35 ਲੱਖ ਦਾ ਲਾਟ ਹੋਇਆ ਸੀ
ਅਤੇ ਉਹਨਾਂ ਦੇ ਡਰੈਂਗਾਂ ਜੋ ਸਪਲਾਈ ਕੀਤੀਆਂ ਸੀ ਉਸ ਦੇ ਕੰਸਲਟੈਂਟ ਸੀ GNDU ਅੰਮ੍ਰਿਤਸਰ ਵੱਲ, ਅਤੇ ਉਹਨਾਂ ਵੱਲੋਂ ਸਾਨੂੰ ਡਰੈਂਗਾਂ ਦਿੱਤੀਆਂ ਗਈਆਂ ਅਤੇ ਡਰੈਂਗਾਂ ਮੁਤਾਬਕ ਅਸੀਂ ਕੰਮ ਕਰਨ ਦੇ ਪਾਬੰਦ ਸਾਂ, ਜਿਸ ਡਰੈਂਗਾਂ ਮੁਤਾਬਕ ਸਟੀਲ ਦੀ ਕੁਆਂਟੀਟੀ ਅਤੇ ਇਲੈਕਟ੍ਰੀਕਲ ਦੇ ਕੁਝ ਆਈਟਮਾਂ ਹੋਰ ਵਧਣ ਕਾਰਨ ਅਤੇ ਯੂਨੀਵਰਸਿਟੀ ਵੱਲੋਂ ਇੱਕ ਵਿਰਾਸਤੀ ਦਿੱਖ ਵਾਲੀ ਬਿਲਡਿੰਗ ਬਣਾਉਣ ਦੀ ਆਈਟਮ ਸਾਡੇ ਤੋਂ ਐਗਜ਼ੀਕਿਊਟ ਕਰਵਾਈ। ਅਮਾਊਂਟ ਵਿੱਚ ਕਾਫੀ ਵਾਧਾ ਹੋਇਆ ਅਤੇ ਕੰਮ 140 ਕਰੋੜ ਤੱਕ ਪਹੁੰਚ ਗਿਆ। ਸਾਡੇ ਵੱਲੋਂ ਸਾਰੀਆਂ ਅਪਰੂਵਲਾਂ ਵੀ ਯੂਨੀਵਰਸਿਟੀ ਵੱਲੋਂ ਨਵੇਂ ਰੇਟਾਂ ਦੀਆਂ ਜਾਂ ਨਵੀਆਂ ਕੋਈ ਵੀ ਆਈਟਮ ਐਗਜ਼ੀਕਿਊਟ ਦੀਆਂ ਮੌਕੇ ਸਿਰ ਸਾਨੂੰ ਦਿੱਤੀਆਂ ਗਈਆਂ ਅਤੇ ਉਸ ਮੁਤਾਬਕ ਹੀ ਉਹਨਾਂ ਸਹਿਮਤੀ ਦੇ ਬਣੇ ਰੇਟਾਂ ਤੇ ਹੀ ਸਾਡੇ ਵੱਲੋਂ ਕੰਮ ਕੀਤਾ ਗਿਆ। ਇਸ ਦੌਰਾਨ ਸਾਨੂੰ ਲਗਭਗ 17 ਰਨਿੰਗ ਬਿੱਲ ਸਿਵਲ ਦੇ ਅਤੇ 7 ਰਨਿੰਗ ਬਿੱਲ ਇਲੈਕਟ੍ਰੀਕਲ ਦੀ ਸਾਨੂੰ ਪੇਮੈਂਟਾਂ ਕੀਤੀਆਂ ਗਈਆਂ ਅਤੇ ਸਾਨੂੰ ਲਗਭਗ 123 ਕਰੋੜ ਦੀ ਪੇਮੈਂਟ ਯੂਨੀਵਰਸਿਟੀ ਵੱਲੋਂ ਸਾਡੇ ਫਰਮ ਦੇ ਖਾਤੇ ਵਿੱਚ ਕੀਤੀ ਗਈ। ਇੱਥੇ ਕੋਈ ਸ਼ੱਕ ਨਹੀਂ ਹੈ ਕਿ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਅਤੇ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵੱਲੋਂ ਸਾਨੂੰ ਜੋ ਪੇਮੈਂਟਾਂ ਕੀਤੀਆਂ ਗਈਆਂ ਉਹ ਆਪਣੀ ਜਾਂਚ ਕਰਨ ਅਤੇ ਸਾਰਾ ਕੰਮ ਠੀਕ ਪਾਏ ਜਾਣ ਉਪਰੰਤ ਤੋਂ ਬਾਅਦ ਹੀ ਸਾਨੂੰ ਪੇਮੈਂਟਾਂ ਰਿਲੀਜ਼ ਕੀਤੀਆਂ ਜਾਂਦੀਆਂ ਸਨ। ਹੁਣ ਜਦੋਂ ਸਾਰੀ ਬਿਲਡਿੰਗ ਸਾਡੇ ਵੱਲੋਂ 140 ਕਰੋੜ ਤੇ ਪਹੁੰਚ ਗਈ ਤਾਂ ਉਸ ਦਾ ਐਸਟੀਮੇਟ ਵੀ JE SDO ਐਕਸ਼ਨ ਅਤੇ ਨਿਗਰਾਨਗੀ ਨੇ ਅਤੇ ਯੂਨੀਵਰਸਿਟੀ ਰਜਿਸਟਰਾਰ MRSPTU ਅਤੇ VC ਵੱਲੋਂ ਬਣਾ ਕੇ ਉਸ ਨੂੰ ਅਪਰੂਵ ਕਰਵਾਇਆ ਗਿਆ ਅਤੇ ਉਸ ਐਸਟੀਮੇਟ ਨੂੰ 140 ਕਰੋੜ ਦੇ ਐਸਟੀਮੇਟ ਨੂੰ GNDU ਅੰਮ੍ਰਿਤਸਰ ਕੰਸਲਟੈਂਟ ਜੋ ਕਿ ਪ੍ਰੋਜੈਕਟ ਦੇ ਕੰਸਲਟੈਂਟ ਸਨ ਉਹਨਾਂ ਤੋਂ ਵੀ ਅਪਰੂਵ ਕਰਵਾਇਆ ਗਿਆ, ਜੋ ਕਿ ਅਕਤੂਬਰ ਮਹੀਨੇ 2019 ਦੀ ਗੱਲ ਹੈ। ਅਤੇ ਸੇਮ ਐਸਟੀਮੇਟ ਫਿਰ ਵੈਟਿੰਗ ਲਈ ਟੈਕਨੀਕਲ ਐਡਵਾਈਜ਼ਰ ਟੂ CM ਨੂੰ ਵੀ ਭੇਜਿਆ ਗਿਆ, ਜਿੱਥੋਂ ਜੋ ਕਿ ਪੰਜਾਬ ਦੇ ਜਿੰਨੇ ਟੈਂਡਰ ਲੱਗਦੇ ਆ, ਚਾਹੇ ਉਹ ਪੁੱਡਾ ਦੇ ਹੋਣ, ਚਾਹੇ ਮੰਡੀ ਬੋਰਡ ਦੇ ਹੋਣ, ਚਾਹੇ B&R ਦੇ ਹੋਣ, ਸਾਰੇ ਉਹ ਪੰਜਾਬ ਸਭ ਤੋਂ ਉੱਚ ਅਤੇ ਆਖਰੀ ਅਥਾਰਟੀ ਪੰਜਾਬ ਟੈਕਨੀਕਲ ਐਡਵਾਈਜ਼ਰ ਟੂ CM ਹੀ ਹੈ ਅਤੇ ਉਹਨਾਂ ਤੋਂ ਵੈਟ ਹੋਏ। ਸਾਡੇ ਵੱਲੋਂ ਕੋਈ ਵੀ ਸਾਨੂੰ ਨਵੇਂ ਰੇਟ ਜਾਂ ਲਾਟ ਕੀਤੇ ਜਾਂਦੇ ਉਹ PWD B&R ਪੰਜਾਬ ਅਤੇ ਟੈਕਨੀਕਲ ਐਡਵਾਈਜ਼ਰ ਟੂ CM ਜੋ ਕਿ ਚੀਫ ਮਿਨਿਸਟਰ ਪੰਜਾਬ ਦੇ ਟੈਕਨੀਕਲ ਐਡਵਾਈਜ਼ਰ ਨੇ ਉਹਨਾਂ ਤੋਂ ਅਪਰੂਵਲ ਲੈ ਕੇ ਹੀ ਸਾਨੂੰ ਹੁਕਮ ਜਾਰੀ ਕੀਤੇ ਜਾਂਦੇ ਸੀ। ਉਹ ਹੁਕਮਾਂ ਅਸੀਂ ਸਾਡੇ ਸਹਿਮਤੀ ਨਾਲ ਸਾਡੇ ਵੱਲੋਂ ਐਗਜ਼ੀਕਿਊਟ ਕੀਤਾ ਜਾਂਦਾ। ਮੁਕੰਮਲ ਕਰਕੇ ਯੂਨੀਵਰਸਿਟੀ ਬਿਲਡਿੰਗਾਂ ਯੂਨੀਵਰਸਿਟੀ ਦੇ ਅਥਾਰਟੀ ਨੂੰ ਹੈਂਡਓਵਰ ਕਰ ਦਿੱਤੀਆਂ ਗਈਆਂ ਅਤੇ ਹੁਣ ਉੱਥੇ ਜੋ ਸਾਰੇ ਪੰਜਾਬ ਨੂੰ ਪਤਾ ਕਿ ਉੱਥੇ ਲਗਭਗ ਸਾਰੇ ਡਿਪਾਰਟਮੈਂਟ ਚਾਲੂ ਹਨ ਅਤੇ ਐਡਮਿਸ਼ਨਾਂ ਵੀ ਹਨ। ਜੋ ਸਾਡੇ ਵੱਲੋਂ ਬਕਾਇਆ ਰਹਿੰਦੀ ਸਾਡੀ ਆਖਰੀ ਪੇਮੈਂਟ 25 ਕਰੋੜ ਰੁਪਇਆ ਫਾਈਨਲ ਬਿੱਲ 'ਚ ਮੰਗੇਗੀ ਤਾਂ ਯੂਨੀਵਰਸਿਟੀ ਦੇ ਕੁਝ ਅਫਸਰਾਂ ਵੱਲੋਂ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਹੀ ਨਹੀਂ, ਯੂਨੀਵਰਸਿਟੀ ਵੱਲੋਂ ਫਾਈਨਲ ਇੰਸਪੈਕਸ਼ਨ ਵੀ 2020 ਦੇ ਵਿੱਚ ਕਰਾਈ ਗਈ, ਜਿਸ ਵਿੱਚ ਲਗਭਗ 25 ਮੈਂਬਰ ਕਮੇਟੀ ਦੇ ਸਨ ਜੋ ਕਿ ਕਾਲਜ ਦੇ ਮਾਹਿਰ ਸਨ ਇਲੈਕਟ੍ਰੀਕਲ, ਆਰਕੀਟੈਕਚਰ ਅਤੇ ਸਿਵਲ ਦੇ, ਅਤੇ ਉਹ 25 ਬੰਦਿਆਂ ਵੱਲੋਂ ਜੋ ਕਮੇਟੀ ਬਣਾਈ ਗਈ ਫਾਈਨਲ ਇੰਸਪੈਕਸ਼ਨ ਕੀਤੀ ਗਈ, ਜਿਸ ਦੇ ਪ੍ਰੂਫ ਸਾਡੇ ਕੋਲ ਹੈਗੇ ਆ, ਸਾਡੀਆਂ ਕੋਲ ਲੈਟਰਾਂ ਵੀ ਹੈਗਾ ਅਤੇ ਵਾਰਤਾਲਾਪ ਵੀ ਹੈ। ਸਾਡੇ ਵੱਲੋਂ ਸਾਡੇ ਕੰਮ ਵਿੱਚ ਕੋਈ ਨੁਕਸ ਨਹੀਂ ਕੱਢੇਗਾ ਅਤੇ ਸਾਡੇ ਜੋ ਕਿ ਨਿੱਕੇ ਮੋਟੇ ਨੁਕਸ ਆਉਂਦੇ ਸੀ ਉਹ ਅਸੀਂ ਡਿਫੈਕਟ ਲਾਇਬਿਲਿਟੀ ਪੀਰੀਅਡ ਜੋ ਸਾਡੀ ਐਗਰੀਮੈਂਟ ਦੀ ਧਾਰਾ ਅਸੀਂ ਉਸ ਨੂੰ ਰੈਕਟੀਫਾਈ ਕਰਨ ਦੇ ਪਾਬੰਦ ਸਾਂ, ਉਹ ਸਾਡੇ ਵੱਲੋਂ ਕੀਤੇ ਗਏ। ਬਟ ਹੁਣ ਲਗਭਗ 2 ਸਾਲ ਹੋ ਗਏ ਸਾਡੀ 25 ਕਰੋੜ ਦੀ ਬਣਦੀ ਪੇਮੈਂਟ ਰਿਲੀਜ਼ ਨਹੀਂ ਕੀਤੀ ਜਾ ਰਹੀ ਹੈ ਅਤੇ ਸਾਨੂੰ ਟਾਲ ਮਟੋਲ ਕੀਤੀ ਜਾ ਰਹੀ ਹੈ ਅਤੇ ਲਾਰਾ ਲਾਇਆ ਜਾ ਰਿਹਾ ਕਿ ਸਾਡੇ ਵੱਲੋਂ ਕਿਤੇ ਹੋਰ ਕਿਸੇ ਕੰਪਨੀ ਤੋਂ ਜੋ ਕਿ ਸੈਂਟਰ ਦੀ ਹੈ ਵੈਬ ਕੋਸ ਉਸ ਤੋਂ ਥਰਡ ਪਾਰਟੀ ਆਡਿਟ ਕਰਵਾਇਆ ਜਾ ਰਿਹਾ ਹੈ, ਜੋ ਕਿ ਸਾਡੇ ਨਾਂ ਤੱਕ ਐਗਰੀਮੈਂਟ ਦੀ ਕਲੌਜ਼ ਹੈ ਥਰਡ ਪਾਰਟੀ, ਜਦ ਕਿ ਯੂਨੀਵਰਸਿਟੀ ਖੁਦ ਵੈਬ ਕੋਸ ਦੇ ਅਗੇਂਸਟ ਟੈਂਡਰ ਪਾ ਕੇ ਕੰਸਲਟੈਂਸੀ ਕਰਦੀ। ਕੋਈ ਪੰਜਾਬ ਦੇ ਜਿੰਨੇ ਕੰਮ ਹੈ ਚਾਹੇ ਉਹ PW B&R ਦੇ ਚਾਹੇ ਪੰਜਾਬ ਉਸ ਦੀ ਸਭ ਦੇ ਮਟੀਰੀਅਲ ਦੀ ਚੈਕਿੰਗ ਜਾਂ ਕੋਈ ਡਿਜ਼ਾਈਨ ਮਿਕਸ ਹੋਣਾ ਜਾਂ ਸਟੀਲ ਦੀ ਚੈਕਿੰਗ ਉਹ ਸਭ ਯੂਨੀਵਰਸਿਟੀ ਦਾ ਆਪਦਾ ਕੰਸਲਟੈਂਸੀ ਵਿੰਗ ਹੈ ਅਤੇ ਯੂਨੀਵਰਸਿਟੀ ਖੁਦ ਕਰਦੀ ਹੈ। ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੂੰ ਇੱਦਾਂ ਕੀ ਲੋੜ ਪੈ ਗਈ ਕਿ 2 ਸਾਲਾਂ ਬਾਅਦ ਉਹਨਾਂ ਨੂੰ ਵੈਬ ਕੋਸ ਇੱਕ ਕੋਈ ਬਾਹਰ ਦੀ ਪਾਰਟੀ ਹੈ ਉਸ ਨੂੰ ਲਗਾ ਕੇ ਥਰਡ ਪਾਰਟੀ ਕਰਵਾਇਆ ਗਿਆ ਅਤੇ ਆਪਣੀ ਮਨਮਰਜ਼ੀ ਦੀ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ ਅਤੇ ਸਾਡਾ ਨੁਕਸਾਨ ਵਿੱਤੀ ਨੁਕਸਾਨ ਅਤੇ ਸਾਨੂੰ ਦਿਮਾਗੀ ਤੌਰ ਤੇ ਬੜਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਤੇ ਉਹਨਾਂ ਸਾਨੂੰ ਇਹ ਵੀ ਦੱਸਣਾ ਬਹੁਤ ਜ਼ਰੂਰੀ ਕਿ ਸਾਨੂੰ ਥਰਡ ਪਾਰਟੀ ਆਡਿਟ ਵਿੱਚ ਨਾ ਤਾਂ ਸ਼ਾਮਲ ਕੀਤਾ ਗਿਆ ਹੈ, ਨਾ ਸਾਨੂੰ ਸੁਣਿਆ ਗਿਆ, ਨਾ ਸਾਡਾ ਬਿੱਲ ਵੈਰੀਫਾਈ ਕੀਤਾ ਗਿਆ। ਇਸ ਲਈ ਜੋ ਇੱਥੇ ਯੂਨੀਵਰਸਿਟੀ ਦੇ 3 ਨੁਮਾਇੰਦੇ ਹਨ, ਸਰਦਾਰ ਬੂਟਾ ਸਿੰਘ, ਰਜਿਸਟਰਾਰ ਗੁਰਿੰਦਰਪਾਲ ਬਰਾੜ ਅਤੇ PI ਜੋ ਕਿ ਪ੍ਰੋਫੈਸਰ ਇੰਚਾਰਜ ਸੰਜੀਵ ਅਗਰਵਾਲ ਜੋ ਕਮੇਟੀ ਦਾ ਮੈਂਬਰ ਵੀ ਸੀ ਜਦ ਸਾਨੂੰ ਪੇਮੈਂਟਾਂ ਹੋ ਰਹੀਆਂ ਸਨ, ਉਹ ਤਿੰਨੇ ਵੈਬ ਕੋਸ ਤੋਂ ਇੱਕ ਝੂਠੀ ਰਿਪੋਰਟ ਤਿਆਰ ਕਰਵਾਈ ਹੈ ਅਤੇ ਸਾਡੇ ਵੱਲ ਸਾਡਾ ਵਿੱਤੀ ਨੁਕਸਾਨ ਸੰਜੀਵ ਅਗਰਵਾਲ ਜੋ ਕਿ ਖੁਦ ਕਮੇਟੀ ਦਾ ਮੈਂਬਰ ਸੀ ਅਤੇ ਇੱਕ ਰਿਪੂ ਦਮਨ ਜੋ ਸ਼ੁਰੂ ਤੋਂ ਲੈ ਕੇ 2016 ਤੋਂ ਲੈ ਕੇ 25/2020 ਤੱਕ ਕਮੇਟੀ ਦੇ ਵਿੱਚ ਮੈਂਬਰ ਰਿਹਾ ਹੈ ਅਤੇ ਸਾਰੇ ਬਿੱਲਾਂ ਦੇ ਉੱਤੇ ਸਾਈਨ ਕਰਦਾ ਰਿਹਾ ਹੈ। ਇਹ ਚਾਰੋਂ ਬੰਦੇ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਅਤੇ ਗਲਤ ਝੂਠੀ ਰਿਪੋਰਟ ਵੈਬ ਕੋਸ ਤੋਂ ਤਿਆਰ ਕਰਵਾ ਕੇ ਸਾਡਾ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ। ਸਾਡੀ 25 ਕਰੋੜ ਦੀ ਪੇਮੈਂਟ ਰੁਕ ਸਕਦੀ ਹੈ। ਅਸੀਂ ਕਈ ਵਾਰ ਮਾਨਯੋਗ ਸੈਕਟਰੀ ਸਾਹਿਬ ਨੂੰ ਬੇਨਤੀ ਕਰ ਚੁੱਕੇ ਹਾਂ, CM ਆਫਿਸ ਦੇ ਵਿੱਚ ਵੀ ਅਸੀਂ ਮੇਲਾਂ ਭੇਜ ਚੁੱਕੇ ਹਾਂ ਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਹੁਣ ਅਸੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂ, ਸਰਦਾਰ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਨਿਰਪੱਖ ਜਾਂਚ ਇਸ ਦੀ
ਪੰਜਾਬ ਦੇ PWD ਅੰਡਰ ਪੰਜਾਬ ਦੇ ਨੁਮਾਇੰਦੇ ਜਾਂ ਆਪਣੇ ਟੈਕਨੀਕਲ ਐਡਵਾਈਜ਼ਰ ਟੂ CM ਆਫਿਸ ਦੇ ਕੁਝ ਨੁਮਾਇੰਦੇ ਅਤੇ ਇੱਕ ਸਪੈਸ਼ਲ ਇਨਵੈਸਟੀਗੇਟ ਟੀਮ ਬਣਾ ਕੇ ਇਸ ਸਾਰੇ ਮਸਲੇ ਦੀ ਤੱਥ ਕੱਢਿਆ ਜਾਵੇ ਤੇ ਸਾਨੂੰ ਵੀ ਵਿੱਚ ਸ਼ਾਮਲ ਕਰਕੇ ਸਾਨੂੰ ਵੀ ਸੁਣਿਆ ਜਾਵੇ ਅਤੇ ਇਸ ਦੀ ਨਿਰਪੱਖ ਜਾਂਚ ਕੀਤੀ ਜਾਵੇ। ਅਸੀਂ ਇਹੀ ਬੇਨਤੀ ਕਰ ਰਹੇ ਹਾਂ ਕਿ CM ਸਾਹਿਬ ਕੋਸ਼ਿਸ਼ ਕਰ ਰਹੇ ਸੀ, ਜੇ ਮਿਲਣ ਦਾ ਸਮਾਂ ਮੇਰਾ ਜ਼ਰੂਰ ਮਿਲਾਂਗੇ, ਬਟ ਦੇਖਦੇ ਹਾਂ ਅਸੀਂ ਤੁਹਾਡੇ ਰਾਹੀਂ ਇਹੀ ਚਾਹੁੰਦੇ ਹਾਂ ਵੀ CM ਸਾਹਿਬ ਕੋਲ ਗੱਲ ਪਹੁੰਚੇ ਅਤੇ ਇਸ ਦੀ ਕੋਈ ਉੱਚ ਪੱਧਰੀ ਮੈਂਬਰੀ ਕਮੇਟੀ ਬਣਾ ਕੇ ਇਸ ਦੀ ਸਪੈਸ਼ਲ ਇਨਵੈਸਟੀਗੇਟ ਟੀਮ ਬਣਾ ਕੇ ਇਸ ਦੀ ਜਾਂਚ ਕੀਤੀ ਜਾਵੇ। ਬਣਦੇ ਜੋ ਦੋਸ਼ੀ ਅਫਸਰ ਹਨ ਉਹਨਾਂ ਨੂੰ ਉਹਨਾਂ ਦੀ ਬਣਦੀ ਕਾਰਵਾਈ ਕੀਤੀ ਜਾਵੇ। ਸਾਡਾ ਬਣਦਾ ਸਾਡੇ ਲੋਕਲ ਵਿਧਾਇਕ ਤੱਕ ਨਹੀਂ ਪਹੁੰਚ ਕੀਤੀ। ਉਹਨਾਂ ਨੂੰ ਲੈਟਰ ਦਿੱਤਾ, ਅਸੀਂ ਲੈਟਰ ਦਿੱਤਾ ਉਹਨਾਂ ਨੂੰ ਤੇ ਉਹ ਵੀ ਕਹਿ ਰਹੇ ਮੈਂ ਦੇਖਦਾ ਹਾਂ ਇਸ ਦੀ ਇਨਕੁਆਇਰੀ ਬਾਰੇ। ਤੁਸੀਂ 2 ਸਾਲ ਪੁਰਾਣੀ ਗੱਲ ਦੱਸ ਰਹੇ ਹੋ, 2 ਸਾਲ ਇੱਥੇ ਬਠਿੰਡਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਖਰਾਬ ਕਰਾਇਆ ਵਾ ਸਾਡਾ ਤਾਂ ਉੱਚ ਅਧਿਕਾਰੀਆਂ ਨੇ ਤੇ ਕਾਂਗਰਸ ਨੇ। ਮੈਂ ਕਦੇ ਮੈਂ ਗੱਲ ਇਹ ਹੈ, ਤੁਸੀਂ ਸਾਰੇ ਸਮਝਦਾਰ ਭਰਾ ਹੋ, ਠੇਕੇਦਾਰ ਕਿੱਥੇ ਕਿਤੇ ਹੱਥ ਪੈਰ ਨਹੀਂ ਮਾਰਦਾ। ਅਸੀਂ ਹਾਈ ਕੋਰਟ ਤੇ ਵੀ ਬੇਨਤੀ ਕੀਤੀ ਹੋਈ ਹੈ ਵੀ ਕੋਈ ਨਿਰਪੱਖ ਆਰਬਿਟਰੇਟਰ ਲਾ ਦਿਓ ਜੀ। ਹੁਣ ਭਗਵੰਤ ਮਾਨ ਜੀ ਨੇ ਇੱਕ ਨੰਬਰ ਦਿੱਤਾ ਜਿਹੜਾ 9501 200 ਉਹਦੇ ਵਿੱਚ ਗੱਲ ਪਾਈਏ, ਪਰ ਇੱਕ ਗੱਲ ਹੋਰ ਦੱਸਣ ਵਾਲੀ ਬੰਦੀ ਹੈ ਵੀ ਉਹਦੇ 'ਤੇ ਤਾਂ ਕੋਈ ਪੁਲਿਸ ਵਾਲਾ ਜਾਂ ਕੋਈ ਤਹਿਸੀਲਦਾਰ ਫੜਿਆ ਜਾਊਗਾ। ਐਡੇ ਘਪਲੇ ਹੈ, ਮੈਂ ਪ੍ਰਧਾਨ ਹੈ ਹੁਣ ਪਲਾਂਟ ਜਿਹਨੂੰ ਹੁੰਦਾ ਐਸੋਸੀਏਸ਼ਨ ਦਾ ਤੇ ਬਿਲਡਰ ਦਾ 2-2000 ਕਰੋੜ ਦੇ ਘਪਲੇ ਆ ਜਿਹੜੇ ਮੈਂ ਲਿਆਉਂਗਾ ਨਿਗਾਹ 'ਚ, ਮੈਂ ਤੁਹਾਨੂੰ ਸੱਦੂਗਾ ਇੱਕ ਵਾਰੀ, ਮੈਂ ਦੱਸੂਗਾ ਕਿੱਥੇ ਹੋ ਰਹੇ ਆ। ਉਹ ਜ਼ਰੂਰੀ ਧਿਆਨ 'ਚ ਲਿਆਉਣ ਵਾਲੇ ਆ। ਉਹ ਤਾਂ ਕਿਤੇ ਨੰਬਰ 'ਤੇ ਨਾ ਅੱਜ ਜਾਣਗੇ ਨਾ 15 ਸਾਲਾਂ ਨੂੰ ਜਾਣਗੇ। ਉਹ ਇਸ ਹਿਸਾਬ ਨਾਲ ਠੇਕੇਦਾਰ ਇਹਨਾਂ ਨੇ ਸਕੰਜੇ 'ਚ ਆਪਦੇ 'ਚ ਲਏ ਹੋਏ ਆ। ਹੁਣ ਜਿਹੜਾ 25 ਕਰੋੜ ਦਾ ਮਸਲਾ ਹੈ, ਡਰੈਂਗਾ ਮਹਿਕਮੇ ਨੇ ਦਿੱਤੀਆਂ, ਸਰੀਆ ਦੀ ਡਰੈਂਗ ਮਹਿਕਮੇ ਨੇ ਦਿੱਤੀ, ਕੋਲੇ ਖੜ ਕੇ ਅਫਸਰਾਂ ਨੇ ਬਣਾ ਲਿਆ, ਇਹਨਾਂ ਨੂੰ ਨਾਲ ਦੀਆਂ ਮਨਜ਼ੂਰੀਆਂ ਦੇ ਦਿੱਤੀਆਂ, 140 ਕਰੋੜ ਤੱਕ ਰਕਮ ਪਹੁੰਚ ਗਿਆ। ਫਿਰ ਜਿਹੜਾ 25 ਕਰੋੜ ਰੁਕਿਆ, ਜਾਂ ਤਾਂ ਇਹਨਾਂ ਨੂੰ ਕੋਈ ਨੋਟਿਸ ਕੱਢ ਦੇ, ਬਿਲਡਿੰਗ ਢਾਹ ਦਿੰਦੇ, ਬਿਲਡਿੰਗ ਗਲਤ ਸੀ ਤਾਂ ਬਿਲਡਿੰਗ ਮਨਜ਼ੂਰ ਕੀਤੀ ਹੋਈ ਹੈ, ਬਿਲਡਿੰਗ ਦਾ ਇਹਨਾਂ ਕੋਲ ਚਿੱਠੀਆਂ ਵੀ ਮਿਆਰ ਬਹੁਤ ਵਧੀਆ ਮਿਆਰ ਹੈ ਬਿਲਡਿੰਗ ਦਾ। ਉਹ 25 ਕਰੋੜ ਮੇਰੇ ਹਿਸਾਬ ਨਾਲ ਐਜ ਪ੍ਰਧਾਨ ਹੋਣ ਦੇ ਨਾਤੇ ਮੇਰੇ ਹਿਸਾਬ 'ਚ ਇੱਕੋ ਗੱਲ ਆਉਂਦੀ ਹੈ, ਜਿਹਦੇ ਮੇਰੇ ਕੋਲ ਰੋਜ਼ ਕੇਸ ਹੁੰਦੇ ਆ ਵੀ ਤਾਂ ਕੋਈ ਮੋਟਾ ਲੈਣ ਦੇਣ ਦਾ ਮਸਲਾ ਹੀ ਇੱਕੋ ਹੀ ਰਹਿ ਗਿਆ ਸਾਥੋਂ, ਜਿਹੜਾ ਅਸੀਂ ਮਨਾ ਕਰਤਾ ਕਿਉਂਕਿ ਅਸੀਂ 5% ਤੇ ਕੰਮ ਕੀਤਾ। ਤੁਸੀਂ ਆਪ ਜਾ ਕੇ ਬਿਲਡਿੰਗ ਦੀ ਵਿਜ਼ਿਟ ਕਰੀ ਜਾ ਕੇ, ਫਿਰ ਤੁਹਾਨੂੰ ਸਮਝ ਆਊ ਵੀ ਕਿੰਨੀ ਅਸੀਂ ਸੋਹਣੀ ਬਿਲਡਿੰਗ ਬਣਾਈ ਹੈ। ਤਾਂ ਕਰਕੇ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ। ਦੂਜੀ ਗੱਲ ਜਿਹੜੀ ਇਹਨਾਂ ਨੇ ਵੈਬਕੋਸ ਲਈ ਹੈ, ਕੰਮ ਖਤਮ ਹੋ ਗਿਆ, ਬਾਅਦ 'ਚ ਵੈਬਕੋਸ ਲਈ ਵੈਬਕੋਸ ਉਦੋਂ ਬਾਅਦ 'ਚ ਲੱਗ ਨਹੀਂ ਸਕਦੀ। ਇੱਕ ਤੁਹਾਨੂੰ ਮੈਂ ਹੱਥੋਂ ਹੀ ਨਹੀਂ ਗੱਲ ਦੱਸਦਾ, ਇਹਨਾਂ ਕੋਲੇ ਸਿਵਲ ਇੰਜੀਨੀਅਰ ਹੈ, PhDਆਂ ਕਰ ਰਹੀ ਹੈ, ਮਾਸਟਰ ਡਿਗਰੀਆਂ ਵਾਲੇ ਆ, 2000 ਸਟੂਡੈਂਟ ਹੈ। ਜੋ ਸਾਡੀ ਬਿਲਡਿੰਗ ਬਣਦੀ ਸੀ ਸਮੇਂ-ਸਮੇਂ 'ਤੇ ਸਟੂਡੈਂਟ ਉੱਥੇ ਵਿਜ਼ਿਟ ਕਰਦੇ ਸੀ ਸਿੱਖਣ ਵਾਸਤੇ, ਤੇ ਜਿਹੜੇ PhD ਪ੍ਰੋਫੈਸਰ ਆ ਉਹਨਾਂ ਨੂੰ ਲੈ ਕੇ ਆਉਂਦੇ ਸੀ। ਉਦੋਂ ਇਹਨਾਂ ਨੇ ਸਾਡੀ ਬਿਲਡਿੰਗ 'ਚ ਕੋਈ ਨੁਕਸ ਨਹੀਂ ਕੱਢਿਆ। ਉਦੋਂ ਸਾਨੂੰ ਕਿਹਨੂੰ ਰੋਕਿਆ ਵੀ ਤੁਸੀਂ ਕੰਮ ਕਰ ਰਹੇ ਹੋ, ਸਾਨੂੰ ਮਨਜ਼ੂਰੀਆਂ ਦਿੰਦੇ ਰਹੇ ਹੈ, ਸਾਨੂੰ ਕਰਦੇ ਰਹੇ ਹੈ। ਦੂਜੀ ਗੱਲ ਤੁਸੀਂ ਕਿਹਾ ਵੀ ਪਹਿਲਾਂ ਮਨਪ੍ਰੀਤ ਬਾਦਲ ਜੀ ਸੀਗੇ, ਮਨਪ੍ਰੀਤ ਬਾਦਲ ਜੀ ਦੀ ਤਾਂ ਮੈਂ ਤੁਹਾਨੂੰ ਤੇ ਖੁੱਲ੍ਹ ਕੇ ਦੱਸੂਗਾ। ਮੈਂ ਇੱਕ ਪ੍ਰੈਸ ਕਾਨਫਰੰਸ ਕਰਨ ਲੱਗਿਆ ਸੀ ਮਨਪ੍ਰੀਤ ਜੀ ਦੇ ਖਿਲਾਫ ਵੀ ਉਹ ਕਿੱਥੋਂ ਪੈਸੇ ਮਨਪ੍ਰੀਤ ਜੀ ਵੀ ਲੈ ਕੇ ਬਿਲਡਿੰਗਾਂ ਦੀ। ਉਦੋਂ ਮੈਨੂੰ ਇੱਕ ਦਬਕਾ ਮਾਰਿਆ ਗਿਆ SSP ਕੋਲ ਸਾਹਿਬ ਕੋਲ ਸੱਦ ਕੇ ਵੀ ਤੁਸੀਂ ਠੇਕੇਦਾਰ ਹੋ, ਤੁਹਾਡੇ ਟਰੱਕ ਚੱਲਦੇ ਆ, ਤੁਹਾਡੇ ਵੀ ਚੱਲਦੇ, ਸਭ ਅੰਦਰ ਕਰਾ ਦੇਵਾਂਗੇ। ਮੈਂ ਫਿਰ ਥੋੜ੍ਹਾ ਜਿਹਾ, ਸਾਡਾ ਵੀ ਐਡੀ ਠੇਕੇਦਾਰਾਂ ਦੀ ਵੀ ਐਡੀ ਪਾਵਰ ਨਹੀਂ ਹੁੰਦੀ, ਮੈਂ ਥੋੜ੍ਹਾ ਜਿਹਾ ਜੇ ਪ੍ਰਧਾਨ ਵੀ ਦੂਜੇ ਮੇਰੇ ਭਰਾਵਾਂ ਦਾ ਨੁਕਸਾਨ ਨਾ ਹੋਵੇ, ਵੀ ਪਾਸਾ ਵੱਟ ਗਿਆ। ਹੁਣ ਅਸੀਂ ਜਦੋਂ ਸਾਡਾ ਮੁੱਖ ਮੰਤਰੀ ਇਮਾਨਦਾਰ ਹੈ, ਸਾਡੇ ਮਿਨਿਸਟਰ ਇਮਾਨਦਾਰ ਬਣਾਤੇ, ਸਾਡੇ ਇੱਥੇ ਜਿਹੜੇ MLA ਹੈ ਉਹਨਾਂ ਦਾ ਬੜਾ ਸਾਫ ਸੁਥਰਾ ਅਕਸ਼ ਹੈ ਗਿੱਲ ਸਾਹਿਬ ਦਾ, ਉਹਨਾਂ ਦਾ ਵੀ ਸਾਨੂੰ ਹੌਂਸਲਾ ਹੈ ਵੀ ਜਦੋਂ ਸਾਡੀ ਕੋਈ ਠੇਕੇਦਾਰ ਦੀ ਸ਼ਿਕਾਇਤ ਜਾਊਗੀ, ਜੇ ਅਸੀਂ ਕੋਈ ਦੱਸਾਂਗੇ ਦਰਦ ਵੀ ਸਾਡੇ ਨਾਲ ਵੀ ਆਹ ਧੱਕੇ ਹੋ ਰਹੇ ਹੈ, ਇਹਨਾਂ ਨੂੰ ਵੀ ਦੂਰ ਕਰੋ, ਤਾਂ ਮੈਨੂੰ ਲੱਗਦਾ ਵੀ ਰੰਗਲਾ ਪੰਜਾਬ ਤਾਂ ਫਿਰ ਬਣ ਕੇ ਰਹੂਗਾ। ਹੁਣ ਤੁਹਾਡੇ ਅੱਗੇ ਸਾਡੀ ਇਹੀ ਬੇਨਤੀ ਹੈ ਵੀ 25 ਕਰੋੜ ਦਾ ਜਾਂ ਤਾਂ ਸਾਨੂੰ ਕੋਈ ਪਿਛਲੀ ਡੇਟਾ 'ਚ ਕਿਹੜਾ ਨੋਟਿਸ ਦਿਖਾ ਦੇਣ, ਜਾਂ ਸਾਨੂੰ ਕੋਈ ਇਹ ਦੱਸ ਦੇਣ ਵੀ ਬਿਲਡਿੰਗ ਗਲਤ ਬਣੀ ਹੈ, ਜਾਂ ਅਸੀਂ ਬਿਨਾਂ ਮਨਜ਼ੂਰੀ ਤੋਂ ਪਾਈ ਹੈ। ਇਹ ਗੱਲ ਹੈ ਤਾਂ ਅਸੀਂ ਕਸੂਰਵਾਰ ਹੈ। ਦਿੱਤਾ ਕਿਉਂ ਨਹੀਂ ਜਾ ਰਿਹਾ, ਕਾਰਨ ਕੀ ਹੈ? ਦਿੱਤਾ ਤਾਂ ਫਿਰ ਮੈਂ ਤੁਹਾਨੂੰ ਇਹੀ ਦੱਸਿਆ ਸੀ ਵੀ ਦਿੱਤਾ। अपनी न्यूज के लिए कैमरामैन कपिल शर्मा के साथ अनिल कुमार की रिपोर्ट बठिंडा। हमारे चैनल को सब्सक्राइब नहीं किया है तो इसे